ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਮੈਂ ਤੁਹਾਡੀ ਪੰਜਾਬੀ ਦੀ ਅਧਿਆਪਕਾ ਸੀਮਾ ਤੇ ਅੱਜ ਅਸੀਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਛਾਪੀ ਗਈ ਪੰਜਾਬੀ ਪੁਸਤਕ 7ਵੀਂ ਜਮਾਤ ਦੂਜੀ ਭਾਸ਼ਾ ਦਾ ਪਾਠ 22 ਜਿਸ ਦਾ ਨਾਂ ਹੈ ਗਰੀਬ ਨਵਾਜ਼। ਇਹ ਇੱਕ ਇਕਾਂਗੀ ਹੈ ਤੇ ਇਸ ਦੇ ਇਕਾਂਗੀਕਾਰ ਹਨ ਡਾਕਟਰ ਹਰਚਰਨ ਸਿੰਘ। ਆਓ ਡਾਕਟਰ ਹਰਚਰਨ ਸਿੰਘ ਬਾਰੇ ਕੁਝ ਜਾਣੀਏ। ਡਾਕਟਰ ਹਰਚਰਨ ਸਿੰਘ ਪੰਜਾਬੀ ਨਾਟਕਕਾਰ ਸਨ ਅਤੇ ਨਾਟਕ ਜਗਤ ਦੇ ਬਾਬਾ ਬੋੜ ਮੰਨੇ ਜਾਂਦੇ ਹਨ। ਇਹਨਾਂ ਦਾ ਜਨਮ ਹੋਇਆ 10 ਦਸੰਬਰ 1914 ਦੇ ਵਿੱਚ। ਤੇ ਆਓ ਆਪਾਂ ਹੁਣ ਇਹਨਾਂ ਦੁਆਰਾ ਲਿਖੀ ਗਈ ਇਕਾਂਗੀ ਗਰੀਬ ਨਵਾਜ਼ ਨੂੰ ਪੜ੍ਹਦੇ ਹਾਂ। ਇਕਾਂਗੀ ਇਕਾਂਗੀ ਗਰੀਬ ਨਿਵਾਜ਼। ਪਹਿਲੇ ਬੱਚਿਓ, ਇਕਾਂਗੀ ਕੀ ਹੁੰਦੀ ਹੈ? ਇਕਾਂਗੀ ਨਾਟਕ ਦਾ ਇੱਕ ਅੰਗ ਹੁੰਦਾ ਹੈ। ਨਾਟਕ ਆਪਾਂ ਸਟੇਜ ਤੇ ਖੇਡ ਸਕਦੇ ਹਾਂ, ਇਸੇ ਤਰ੍ਹਾਂ ਇਕਾਂਗੀ ਵੀ ਆਪਾਂ ਸਟੇਜ ਉੱਤੇ ਖੇਡ ਸਕਦੇ ਹਾਂ। ਇਹ ਨਾਟਕ ਦਾ ਇੱਕ ਹਿੱਸਾ ਹੁੰਦੀ ਹੈ। ਹੁਣ ਇਸ ਇਕਾਂਗੀ ਦੇ ਮੁੱਖ ਪਾਤਰ ਹਨ। ਪਹਿਲਾ ਹੈ ਸੇਵਾਦਾਰ, ਦੂਜਾ ਆਹਮਾ, ਤੀਜਾ ਹੈ ਮੰਗਤੀ, ਫਿਰ ਹੈ ਕਾਹੀ, ਅੱਗੇ ਹੈ ਮੁੰਡਾ, ਫਿਰ ਹੈ ਲਾਂਗਰੀ। ਲਾਂਗਰੀ ਕਹਿੰਦੇ ਆ ਲੰਗਰ ਬਣਾਉਣ ਵਾਲੇ ਨੂੰ। ਉਸ ਤੋਂ ਬਾਅਦ ਹੈ ਇੱਕ ਸਿੰਘ। ਹਾਂਜੀ ਬੱਚਿਓ, ਤਾਂ ਇਕਾਂਗੀ ਸ਼ੁਰੂ ਹੋਣ ਦੇ ਸਮੇਂ ਜਿਹੜਾ ਦ੍ਰਿਸ਼ ਹੈ ਉਹ ਲਾਹੌਰ ਦੇ ਸ਼ਾਹੀ ਕਿਲੇ ਦੇ ਸਾਹਮਣੇ ਦਾ ਹੈ। ਅਣਗਿਣਤ ਫਕੀਰ, ਸਾਈਂ ਤੇ ਗਰੀਬ ਮੰਗਤੇ ਖੜੇ ਹਨ। ਭੀੜ ਐਨੀ ਹੈ ਕਿ ਧੱਕੇ ਤੇ ਧੱਕਾ ਵੱਜ ਰਿਹਾ ਹੈ। ਕਈਆਂ ਦੇ ਹੱਥਾਂ ਵਿੱਚ ਰੋਟੀਆਂ ਹਨ, ਉਹ ਬੜੇ ਖੁਸ਼ ਜਾਪਦੇ ਹਨ। ਕਈ ਉੱਚੀਆਂ ਅੱਡੀਆਂ ਚੁੱਕ ਕੇ ਲੰਗਰ ਵੱਲ ਦੇਖਦੇ ਹਨ। ਥੋੜੀ ਵਿੱਥ ਤੇ ਇੱਕ ਦਰਮਿਆਨੇ ਕੱਦ ਦਾ ਬੰਦਾ ਖੜਾ ਹੈ। ਉਸਦੇ ਕੱਪੜੇ ਬੜੇ ਹੀ ਸਾਦੇ ਹਨ। ਉਸਨੂੰ ਲੋਕੀ ਸੇਵਾਦਾਰ ਕਹਿੰਦੇ ਹਨ। ਇੱਕ ਮੰਗਤੀ ਦਾਲ ਨਾਲ ਭਰੀ ਕਟੋਰੀ ਤੇ ਹੱਥ ਵਿੱਚ ਰੋਟੀਆਂ ਲਈ ਆਉਂਦੀ ਹੈ। ਉਸ ਦੀ ਸੇਵਾਦਾਰ ਨਾਲ ਟੱਕਰ ਹੋ ਜਾਂਦੀ ਹੈ ਤੇ ਰੋਟੀਆਂ ਪੁੰਜੇ ਡਿੱਗ ਪੈਂਦੀਆਂ ਹਨ। ਸੇਵਾਦਾਰ ਪਿੱਛੇ ਮੁੜ ਕੇ ਓਹੋ। ਮੰਗਤੀ ਕਹਿ ਰਹੀ ਹੈ, ਵੇ ਭਾਈ, ਤੈਨੂੰ ਦਿਸਦਾ ਨਹੀਂ? ਅੱਖਾਂ ਫੁੱਟੀਆਂ ਹੋਈਆਂ ਨਹੀਂ? ਸੇਵਾਦਾਰ ਕਹਿੰਦਾ ਹੈ, ਮਾਈ, ਮੇਰੀ ਤਾਂ ਅੱਖ ਫੁੱਟੀ ਹੋਈ ਹੈ, ਤੂੰ ਹੀ ਦੇਖ ਕੇ ਤੁਰਨਾ ਸੀ। ਘਾਬਰ ਨਾ ਮਾਈ, ਮੈਂ ਤੈਨੂੰ ਹੋਰ ਰੋਟੀਆਂ ਲਿਆ ਦਿੰਦਾ ਹਾਂ। ਤੂੰ ਇਹਨਾਂ ਨੂੰ ਚੁੱਕ ਕੇ ਕਾਂ ਕੁੱਤਿਆਂ ਨੂੰ ਪਾ ਦੇ। ਅੱਗੋਂ ਮੰਗਤੀ ਬੋਲਦੀ ਹੈ, ਅੱਖਾਂ ਤੇ ਪੱਲਾ ਫੇਰ ਕੇ, ਰੱਬ ਤੇਰਾ ਭਲਾ ਕਰੇ। ਸੇਵਾਦਾਰ ਚਲਾ ਜਾਂਦਾ ਹੈ। ਮੰਗਤੀ ਮੁਸਕਰਾਉਂਦੀ ਹੋਈ ਰੋਟੀਆਂ ਚੁੱਕਦੀ ਹੈ, ਉਹਨਾਂ ਨੂੰ ਝਾੜ ਕੇ ਤੇ ਪੱਲੇ ਨਾਲ ਬੰਨ੍ਹ ਲੈਂਦੀ ਹੈ। ਇਸ ਤੋਂ ਬਾਅਦ ਕੋਲ ਖੜੇ ਇੱਕ ਬੁੱਢੜੇ ਨੂੰ ਵੇਖ ਕੇ, ਵੇ ਆਮਿਆਂ, ਕਿੰਨਾ ਕੁ ਚਿਰ ਇੱਥੇ ਖੜਾ ਰਵੇਂਗਾ? ਆਮਾ ਕਹਿੰਦਾ ਹੈ, ਜਿੰਨਾ ਕੁ ਚਿਰ ਖੜ ਹੋ ਸਕਿਆ। ਮੰਗਤੀ ਅੱਗੋਂ ਬੋਲਦੀ ਹੈ, ਅੱਗੇ ਵੱਧ ਕੇ ਰੋਟੀਆਂ ਕਿਉਂ ਨਹੀਂ ਲੈਂਦਾ? ਆਮਾ ਪੁੱਛਦਾ ਹੈ, ਤੂੰ ਲੈ ਆਈ ਹੈ? ਅੱਗੋਂ ਮੰਗਤੀ ਜਵਾਬ ਦਿੰਦੀ ਹੈ, ਆਹੋ, ਪਰ ਅੱਜ ਭੀੜ ਬਹੁਤ ਹੈ। ਆਮਾ ਫਿਰ ਪੁੱਛਦਾ ਹੈ, ਫਿਰ ਤੈਨੂੰ ਕਿੱਦਾਂ ਮਿਲ ਗਈ? ਮੰਗਤੀ ਜਵਾਬ ਦਿੰਦੀ ਹੈ, ਮੈਂ ਇੱਕ ਸਾਈਂ ਕੋਲੋਂ 2-3 ਰੋਟੀਆਂ ਮੰਗ ਲਈਆਂ ਸਨ ਤੇ ਉਹ ਸੇਵਾਦਾਰ ਨਾਲ ਲੱਗ ਕੇ ਹੇਠਾਂ ਸੁੱਟ ਦਿੱਤੀਆਂ। ਆਮਾ, ਜਾਣ ਬੁੱਝ ਕੇ? ਅੱਗੋਂ ਮੰਗਤੀ ਜਵਾਬ ਦਿੰਦੀ ਹੈ, ਆਹੋ, ਤੇ ਹੋਰ ਸੱਚੀ ਮੁੱਚੀ? ਆਮਾ ਬੋਲਦਾ ਹੈ, ਤੂੰ ਬੜੀ ਚਲਾਕ ਹੈ। ਮੰਗਤੀ ਕਹਿੰਦੀ ਹੈ, ਹੁਣ ਅੱਗੇ ਨਾਲੋਂ ਬਹੁਤ ਚੰਗੀ ਰੋਟੀ ਮਿਲੇਗੀ। ਸੇਵਾਦਾਰ ਬੜਾ ਚੰਗਾ ਹੈ। ਮੈਨੂੰ ਪਤਾ ਸੀ, ਤੂੰ ਵੀ ਉਸ ਦੀ ਮਿੰਨਤ ਕਰ ਜਾ ਕੇ। ਅੱਗੋਂ ਆਮਾ ਕਹਿੰਦਾ ਹੈ, ਅਸੀਂ ਆਪਣੇ ਮਨ ਨੂੰ ਆਖਾਂਗੇ, ਮਨਾ, ਰੱਤਾ ਕੁ ਹੋਰ ਸਬਰ ਕਰ, ਕਿਸੇ ਨੂੰ ਕੀ ਆਖਣਾ? ਮੰਗਤੀ ਫਿਰ ਕਹਿੰਦੀ ਹੈ, ਖੜਾ ਰਹਿ ਫਿਰ ਇੱਥੇ ਅੱਧੀ ਰਾਤ ਤੱਕ। ਆਮਾ, ਤੂੰ ਆਪਣਾ ਕੰਮ ਕਰ ਜਾ ਕੇ, ਮੇਰਾ ਫਿਕਰ ਨਾ ਕਰ। ਮੰਗਤੀ ਕਹਿੰਦੀ ਹੈ, ਹੱਥ ਪੈਰ ਨਾ ਹਿਲਾਏਗਾ, ਕੋਈ ਮੂੰਹ ਵਿੱਚ ਆ ਕੇ ਪਾ ਜਾਏਗਾ?
ਆਮਾ ਕਹਿੰਦਾ ਹੈ ਉਹ ਅੱਲਾ ਦੇਣ ਵਾਲਾ ਏ ਸਭ ਨੂੰ। ਇੰਨਾ ਕਹਿ ਕੇ ਆਮਾ ਇੱਕ ਪਾਸੇ ਤੁਰ ਜਾਂਦਾ ਹੈ। ਮੰਗਤੀ ਕਹਿੰਦੀ ਹੈ ਬੁੱਢੇ ਦੀ ਕੀ ਮੱਤ ਮਾਰੀ ਹੋਈ ਏ। ਇੰਨੇ ਨੂੰ ਸੇਵਾਦਾਰ ਆ ਜਾਂਦਾ ਹੈ ਤੇ ਰੋਟੀਆਂ ਫੜਾ ਕੇ ਕਹਿੰਦਾ ਹੈ ਲੈ ਮਾਈ ਅੱਗੇ ਨਾਲੋਂ ਬਹੁਤੀਆਂ ਜੇ। ਮੰਗਤੀ ਕਹਿੰਦੀ ਹੈ ਭਾਈ ਤੂੰ ਬੜਾ ਚੰਗਾ ਹੈ। ਸੇਵਾਦਾਰ ਹੱਸ ਕੇ ਬੋਲਦਾ ਹੈ ਅੱਖਾਂ ਫੁੱਟੀਆਂ ਵਾਲਾ ਭਾਈ ਬੜੀ ਛੇਤੀ ਚੰਗਾ ਹੋ ਗਿਆ। ਮੰਗਤੀ ਸ਼ਰਾਰਤ ਨਾਲ ਮੁਸਕਰਾਉਂਦੀ ਹੋਈ ਬੋਲਦੀ ਹੈ ਰੱਬ ਤੇਰੀ ਖਵਾਜੇ ਜਿੱਡੀ ਉਮਰ ਕਰੇ, ਜੁਗ ਜੁਗ ਜੀਵੇਂ, ਤੇ ਚਲੀ ਜਾਂਦੀ ਹੈ। ਸੇਵਾਦਾਰ ਉਸ ਵੱਲ ਦੇਖਦਾ ਹੋਇਆ ਮਾਈ ਸਮਝਦੀ ਏ ਸੇਵਾਦਾਰ ਬੁੱਧੂ ਏ। ਜਰਾ ਸੋਚ ਕੇ ਜੇ ਗਰੀਬ ਇੰਨੇ ਵਿੱਚ ਖੁਸ਼ ਹੋ ਜਾਂਦੇ ਨੇ ਕਿ ਸੇਵਾਦਾਰ ਦਾ ਮਨ ਨੀਵਾਂ ਰਹੇ ਤਾਂ ਹੀ ਚੰਗਾ। ਇੱਕ ਬੰਦਾ ਬੜੀ ਮੌਜ ਨਾਲ ਰੋਟੀਆਂ ਖਾਂਦਾ ਸੇਵਾਦਾਰ ਦੇ ਕੋਲੋਂ ਦੀ ਲੰਘਦਾ ਹੈ। ਬੰਦਾ ਕਹਿੰਦਾ ਹੈ ਤੇਰੀ ਸਦਾ ਹੀ ਜੈ ਓਏ ਲੰਗਰ ਚਲਾਉਣ ਵਾਲਿਆ। ਸੇਵਾਦਾਰ ਕਹਿੰਦਾ ਹੈ ਜਵਾਨ ਕੱਲ ਤੂੰ ਇਸ ਦੇ ਉਲਟ ਬੋਲ ਰਿਹਾ ਸੈਂ। ਅੱਗੋਂ ਬੰਦਾ ਜਵਾਬ ਦਿੰਦਾ ਹੈ ਕੱਲ ਖਾਸ ਗੱਲ ਸੀ। ਲਾਂਗਰੀ ਨੇ ਖਾਰ ਨਾਲ ਮੈਨੂੰ ਰੋਟੀ ਨਹੀਂ ਸੀ ਦਿੱਤੀ। ਅੱਗੋਂ ਸੇਵਾਦਾਰ ਕਹਿੰਦਾ ਹੈ ਉਸਨੇ ਠੀਕ ਕੀਤਾ ਸੀ, ਮੈਂ ਹੀ ਉਸਨੂੰ ਆਖਿਆ ਸੀ। ਬੰਦਾ ਕਹਿੰਦਾ ਹੈ ਭਾਈ ਸਾਹਿਬ ਇਹ ਕੀ ਹਨੇਰ ਮਾਰਦੇ ਹੋ। ਸੇਵਾਦਾਰ ਕਹਿੰਦਾ ਹੈ ਲੰਗਰ ਮੁਥਾਜ ਲੰਗੜੇ ਲੂਲੇ ਗਰੀਬ ਗੁਰਬਿਆਂ ਲਈਏ, ਨਾ ਕਿ ਤੇਰੇ ਵਰਗੇ ਹੱਟੇ ਕੱਟੇ ਕਮਾਊਆਂ ਲਈ। ਬੰਦਾ ਕਹਿੰਦਾ ਅੱਗੋਂ ਭਾਈ ਤੈਨੂੰ ਭੁਲੇਖਾ ਹੈ, ਮੈਂ ਤਾਂ ਸਗੋਂ ਬਹੁਤ ਗਰੀਬ ਹਾਂ। ਸੇਵਾਦਾਰ ਕਹਿੰਦਾ ਹੈ ਸਰਕਾਰੀ ਕਾਹੀ ਕਦੇ ਗਰੀਬ ਨਹੀਂ ਹੋ ਸਕਦਾ, ਉਸਨੂੰ ਬੜੇ ਪੈਸੇ ਮਿਲਦੇ ਨੇ। ਕਾਹੀ ਸਿਰੋਂ ਫੜੇ ਵਾਂਗ। ਸਿਰੋਂ ਫੜੇ ਵਾਂਗ ਮਤਲਬ ਜਿੱਦਾਂ ਕਿ ਫੜਿਆ ਗਿਆ ਹੋਵੇ, ਚੋਰੀ ਫੜੀ ਜਾਂਦੀ ਹੈ ਜਿਵੇਂ। ਅੱਗੋਂ ਬੋਲਦਾ ਹੈ ਤੈਨੂੰ ਕਿੱਦਾਂ ਪਤਾ ਮੈਂ ਕਾਹੀ ਹਾਂ। ਸੇਵਾਦਾਰ ਕਹਿੰਦਾ ਹੈ ਮੈਂ ਕਈ ਵਾਰ ਤੈਨੂੰ ਘਾਹ ਲਈ ਆਉਂਦੇ ਦੇਖਿਆ। ਕਾਈ ਕਹਿੰਦਾ ਹੈ ਭਾਈ ਤੈਨੂੰ ਹੀ ਪਤਾ ਹੈ ਕਿ ਕਿਸੇ ਹੋਰ ਨੂੰ ਵੀ। ਸੇਵਾਦਾਰ ਮਹਾਰਾਜੇ ਨੂੰ ਵੀ ਪਤਾ ਹੈ। ਕਾਈ ਘਬਰਾ ਜਾਂਦਾ ਹੈ ਮਹਾਰਾਜੇ ਨੂੰ ਕਦੇ ਨਹੀਂ ਹੋ ਸਕਦਾ। ਸੇਵਾਦਾਰ ਮਹਾਰਾਜੇ ਨੂੰ ਹਰ ਇੱਕ ਦਾ ਪਤਾ ਹੈ। ਕਾਹੀ ਤੋਂ ਲੈ ਕੇ ਵਜ਼ੀਰ ਤੱਕ ਸਭ ਉਸ ਦੀ ਨਜ਼ਰ ਵਿੱਚ ਰਹਿੰਦੇ ਨੇ। ਅੱਗੋਂ ਕਾਹੀ ਕਹਿੰਦਾ ਹੈ ਪਰ ਮੈਂ ਤਾਂ ਜੰਮ ਕੇ ਵੀ ਕਦੇ ਘਾਹ ਨਹੀਂ ਖੋਤਿਆ। ਸੇਵਾਦਾਰ ਪੁੱਛਦਾ ਹੈ ਕਿਉਂ ਨਿੱਕੀ ਜਿਹੀ ਗੱਲ ਤੇ ਝੂਠ ਬੋਲਦਾ ਹੈ। ਜੇ ਤੇਰਾ ਗੁਜ਼ਾਰਾ ਨਹੀਂ ਹੁੰਦਾ ਮੈਂ ਹਜ਼ੂਰ ਨੂੰ ਕਹਿ ਕੇ ਹੋਰ ਪੈਸੇ ਵਧਵਾ ਸਕਦਾ। ਅੱਗੋਂ ਕਾਹੀ ਕਹਿੰਦਾ ਹੈ ਹੱਥ ਜੋੜ ਕੇ ਨਾ ਓਏ ਬਾਬਾ ਮੈਨੂੰ ਪੈਸਿਆਂ ਦੀ ਕੋਈ ਲੋੜ ਨਹੀਂ। ਸੇਵਾਦਾਰ ਪੁੱਛਦਾ ਹੈ ਤੇ ਹੋਰ ਤੂੰ ਕੀ ਚਾਹੁੰਦਾ ਹੈ। ਕਾਹੀ ਕਹਿੰਦਾ ਹੈ ਲੰਗਰ ਦੇ ਪ੍ਰਸ਼ਾਦੇ। ਸੇਵਾਦਾਰ ਕਾਹੀ ਨੂੰ ਕਹਿੰਦਾ ਏ ਜੇ ਤੈਨੂੰ ਕਾਫੀ ਪੈਸੇ ਮਿਲਣ ਤੂੰ ਚੰਗੀ ਰੋਟੀ ਖਾ ਸਕਦਾ ਏ। ਅੱਗੋਂ ਕਾਹੀ ਕਹਿੰਦਾ ਹੈ ਨਹੀਂ ਇਹੋ ਤਾਂ ਗਰੀਬਾਂ ਨੂੰ ਮਾਰ ਏ। ਪੈਸੇ ਉਹਨਾਂ ਪਾਸ ਜਿੰਨੇ ਮਰਜ਼ੀ ਹੋਣ ਉਹ ਖਾ ਹੰਢਾ ਨਹੀਂ ਸਕਦੇ। ਅੱਗੋਂ ਸੇਵਾਦਾਰ ਪੁੱਛਦਾ ਹੈ ਫੇਰ ਨਾਲੇ ਚੋਪੜੀਆਂ ਨਾਲੇ ਦੋ ਦੋ ਤੈਨੂੰ ਕਿੰਨਾ ਕੁ ਚਿਰ ਮਿਲਦੀਆਂ ਰਹਿਣਗੀਆਂ। ਤੇ ਨਾਲ ਹੀ ਸੇਵਾਦਾਰ ਕਹਿੰਦਾ ਏ ਪਤਾ ਹੀ ਮਹਾਰਾਜੇ ਦਾ ਕੀ ਹੁਕਮ ਏ। ਕਾਹੀ ਮਚਲਾ ਜਿਹਾ ਹੋ ਕੇ ਮੈਨੂੰ ਤਾਂ ਕੋਈ ਪਤਾ ਨਹੀਂ। ਸੇਵਾਦਾਰ ਕੋਈ ਵੀ ਨਿੱਕਾ ਮੋਟਾ ਸਰਕਾਰੀ ਮੁਲਾਜ਼ਮ ਲੰਗਰ ਵਿੱਚੋਂ ਰੋਟੀ ਨਹੀਂ ਖਾ ਸਕਦਾ। ਜੇ ਪਤਾ ਲੱਗ ਗਿਆ ਫੇਰ। ਕਾਹੀ ਅੱਗੋਂ ਤਰਲਾ ਕਰਦਾ ਹੈ ਭਾਈ ਸਾਹਿਬ ਜੀ ਤੁਹਾਨੂੰ ਚਿੱਟੇ ਦੌੜੇ ਦੀ ਸਹੁੰ ਜੇ ਗੱਲ ਕੀਤੀ ਉਹ ਅੱਗੇ। ਸੇਵਾਦਾਰ ਕਹਿੰਦਾ ਹੈ ਮੈਂ ਤਾਂ ਆਪਣੇ ਫਰਜ਼ ਦੀ ਪਾਲਣਾ ਕਰਨੀ ਹੈ। ਅੱਗੋਂ ਕਾਹੀ ਇੱਕਦਮ ਬਦਲ ਜਾਂਦਾ ਹੈ ਜਾ ਦੱਸ ਦੇ ਮੈਨੂੰ ਮਹਾਰਾਜੇ ਨੇ ਕੀ ਆਖਣਾ। ਫਾਹੇ ਤਾਂ ਕਦੇ ਉਸ ਬੜੇ ਭਾਰੀ ਅਪਰਾਧੀ ਨੂੰ ਵੀ ਨਹੀਂ ਲਾਇਆ
ਮੈਂ ਕਿਹੜਾ ਖੂਨ ਕਰ ਦਿੱਤਾ ਹੈ? ਸੇਵਾਦਾਰ ਅੱਗੋਂ ਕਹਿੰਦਾ ਹੈ, ਦਰਬਾਰ ਵਿੱਚ ਤਾਂ ਪੇਸ਼ ਹੋਣਾ ਹੀ ਪਵੇਗਾ ਨਾ। ਕਾਈ, ਫੇਰ ਕੀ ਹੋਵੇਗਾ? ਸੇਵਾਦਾਰ ਅੱਗੋਂ ਕਹਿੰਦਾ ਹੈ, ਸੁੱਕਾ ਬਚ ਕੇ ਨਹੀਂ ਆਉਂਦਾ। ਕਾਈ ਕਹਿੰਦਾ ਹੈ, ਠੀਕ ਏ, ਕੋਈ ਨਾ ਕੋਈ ਖੂਹ ਖਾ ਜਾਂ ਉਮਰ ਦੀਆਂ ਰੋਟੀਆਂ ਹੀ ਲੈ ਕੇ ਆਵਾਂਗਾ। ਅੱਗੋਂ ਸੇਵਾਦਾਰ ਮੁਸਕਰਾ ਕੇ ਕਹਿੰਦਾ ਹੈ, ਖੂਹ ਕਿਸੇ ਇਨਾਮੀ ਕੰਮ ਤੋਂ ਬਿਨਾਂ ਮਿਲਦੇ ਨੇ ਐਵੇਂ? ਕਾਹੀ ਕਹਿੰਦਾ ਹੈ, ਇਨਾਮੀ ਕੰਮ ਜੋਗਾ ਸਾਨੂੰ ਛੱਡਿਆ ਕਿੱਥੇ ਸਿੰਘਾਂ ਨੇ। ਸਾਡਾ ਤੇ ਬੇੜਾ ਗਰਕ ਕਰ ਦਿੱਤਾ। ਸੇਵਾਦਾਰ ਹੈਰਾਨ ਹੋ ਜਾਂਦਾ ਹੈ। ਹੈਰਾਨ ਹੋ ਕੇ ਕਹਿੰਦਾ ਹੈ, ਕਿਸੇ ਤੰਗ ਕੀਤਾ? ਮੈਨੂੰ ਦੱਸ। ਅੱਗੋਂ ਕਾਹੀ ਕਹਿੰਦਾ ਹੈ, ਅੱਗੇ ਵੇਲੇ ਕੁਵੇਲੇ ਲੁੱਟ ਮਾਰ ਹੁੰਦੀ ਰਹਿੰਦੀ ਸੀ, ਸਾਡਾ ਵੀ ਚੰਗਾ ਹੱਥ ਪੈ ਜਾਂਦਾ ਸੀ, ਪਰ ਜਦੋਂ ਦਾ ਮਹਾਰਾਜੇ ਨੇ ਲਾਹੌਰ ਤੇ ਕਬਜ਼ਾ ਕੀਤਾ, ਕੋਈ ਚੂੰ ਤੱਕ ਨਹੀਂ ਕਰਦਾ। ਸੇਵਾਦਾਰ ਅੱਗੋਂ ਹੱਸ ਕੇ ਕਹਿੰਦਾ ਹੈ, ਫੇਰ ਹੁਣ ਚੰਗਾ ਕਿ ਬਿਨਾਂ ਮਾਰ ਧਾੜ ਤੋਂ ਰੋਟੀ ਮਿਲ ਜਾਂਦੀ ਏ। ਕਾਈ ਕਹਿੰਦਾ ਹੈ, ਭਾਈ ਜੀ, ਪਤਾ ਲੱਗੇ ਜੇ ਭਾਦਰੋਂ ਦੀ ਤਿੱਖੀ ਧੁੱਪ ਵਿੱਚ ਘਾਹ ਖੋਤਣਾ ਪਵੇ, ਚੁੱਪ ਕਰਕੇ ਖੜੇ ਰਹਿੰਦੇ ਹੋ ਇੱਥੇ। ਅੱਗੋਂ ਸੇਵਾਦਾਰ ਕਹਿੰਦਾ ਹੈ, ਪਰ 10 ਨੋਹਾਂ ਦੀ ਸੁੱਚੀ ਕਿਰਤ ਨਾਲ ਜਿਹੜਾ ਆਨੰਦ ਆਉਂਦਾ ਹੈ, ਉਹ ਹੋਰ ਕਿਸੇ ਤਰ੍ਹਾਂ ਵੀ ਨਹੀਂ ਆ ਸਕਦਾ। ਬੱਚਿਓ, 10 ਨੋਹਾਂ ਦੀ ਸੁੱਚੀ ਕਿਰਤ ਕਿਹਨੂੰ ਕਿਹਾ ਗਿਆ? ਆਪਣੀ ਮਿਹਨਤ ਦੀ ਕਮਾਈ ਨੂੰ। ਅੱਗੋਂ ਕਾਹੀ ਕੀ ਕਹਿੰਦਾ ਹੈ, ਚੰਗਾ, 2-4 ਦਿਨ ਤੂੰ ਮੇਰੀ ਥਾਂ ਆਨੰਦ ਲੈ ਕੇ ਤੇ ਮੈਂ ਤੇਰੀ ਥਾਂ ਲੈਣਾ। ਸੇਵਾਦਾਰ ਕਹਿੰਦਾ ਹੈ, ਮਨਜ਼ੂਰ ਹੈ, ਮੈਨੂੰ ਪੱਲੀ ਤੇ ਰੰਬਾ ਲਿਆ ਦੇ। ਕਾਹੀ ਕਹਿੰਦਾ ਹੈ, ਤੂੰ ਮੈਨੂੰ ਆਪਣੇ ਕੱਪੜੇ ਲਾ ਦੇ। ਸੇਵਾਦਾਰ, ਚੰਗਾ ਚੰਗਾ। ਕਾਹੀ ਕਹਿੰਦਾ ਹੈ, ਕੱਲ ਨੂੰ ਇਸ ਵੇਲੇ ਇੱਥੇ ਰਹਿਣਾ। ਫੇਰ ਉਸ ਦੀ ਗੱਲ ਸੁਣ ਕੇ ਸੇਵਾਦਾਰ ਚਲਾ ਜਾਂਦਾ ਹੈ ਤੇ ਇੰਨੇ ਨੂੰ ਕੁਝ ਨਿੱਕੇ ਨਿੱਕੇ ਮੁੰਡੇ ਉਸਦੇ ਦੁਆਲੇ ਇਕੱਠੇ ਹੋ ਜਾਂਦੇ ਨੇ ਤੇ ਇੱਕ ਬੁੱਢਾ ਆਂਦਾ ਹੈ। ਉਹ ਹੈ ਆਮਾ। ਆਮਾ ਕੀ ਕਹਿੰਦਾ ਹੈ, ਓਏ ਜਵਾਨ। ਕਾਹੀ ਅੱਗੋਂ ਕਹਿੰਦਾ ਹੈ, ਕੀ ਹੋਇਆ ਬੁੱਢਿਆ ਤੈਨੂੰ? ਆਮਾ, ਇੱਥੇ ਕਿਤੇ ਮੇਰਾ ਪੋਤਰਾ ਨਹੀਂ ਵੇਖਿਆ? ਕਾਹੀ ਕਹਿੰਦਾ ਹੈ, ਪੱਟਾ ਪਿਆ ਹੋਇਆ ਏ ਤੇਰੇ ਪੋਤਰੇ ਦੇ ਗਲ। ਆਮਾ ਬੋਲਦਾ ਅੱਗੋਂ, ਬੜਾ ਖਰਵਾ ਬੋਲਦਾ ਹੈ। ਕਾਹੀ ਕਹਿੰਦਾ ਹੈ, ਢਿੱਡ ਵਿੱਚ ਰੋਟੀਆਂ ਪਈਆਂ ਹੋਈਆਂ ਨੇ। ਕਾਹੀ ਗੱਲ ਕਹਿ ਕੇ ਤੇ ਚਲਾ ਜਾਂਦਾ ਹੈ। ਆਮਾ ਉਸੇ ਥਾਂ ਤੇ ਖੜਾ ਵਾਜਾਂ ਮਾਰਦਾ ਰਹਿੰਦਾ ਹੈ। ਇੰਨੇ ਨੂੰ ਮੁੰਡਾ ਆ ਜਾਂਦਾ ਹੈ ਤੇ ਕਹਿੰਦਾ ਹੈ, ਬਾਬਾ ਬਾਬਾ, ਬੁੱਝ ਮੇਰੀ ਮੁੱਠੀ ਵਿੱਚ ਕੀ ਏ? ਆਮਾ ਕਹਿੰਦਾ ਹੈ ਹੱਥ ਫੜ ਕੇ, ਓਏ ਤੂੰ ਕਿੱਥੇ ਰਿਹਾ? ਉਰੇ ਕਰ ਹੱਥ, ਦੇਖਾਂ ਕੀ ਏ। ਮੁੰਡਾ ਹੱਥ ਛੁਡਾ ਕੇ ਜਾਣ ਲੱਗਦਾ ਹੈ। ਮੈਂ ਨਹੀਂ ਦਿੰਦਾ। ਆਮਾ ਫੜ ਕੇ, ਅੱਛਾ, ਮੈਂ ਨਹੀਂ ਤੇਰੀ ਚੀਜ਼ ਲੈਂਦਾ, ਦੱਸ ਦੱਸ ਹੈ ਕੀ? ਮੁੰਡਾ, 4 ਮਸੂਰੀ ਪੈਸੇ। ਆਮਾ, ਓਏ ਕਿੱਥੋਂ ਲਏ ਨਹੀਂ? ਅੱਗੋਂ ਮੁੰਡਾ ਕਹਿੰਦਾ ਹੈ, ਇੱਕ ਬਾਬੇ ਨੇ ਦਿੱਤੇ ਐ। ਆਮਾ ਪੁੱਛਦਾ ਹੈ, ਕਿਹੜੇ ਬਾਬੇ ਨੇ? ਅੱਗੋਂ ਮੁੰਡਾ ਜਵਾਬ ਦਿੰਦਾ ਹੈ ਸੀ ਇੱਕ ਕਾਣਾ ਜਿਹਾ। ਮੁੰਡੇ ਉਸਨੂੰ ਛੇੜਦੇ ਸੀ, ਉਸਨੇ ਪੈਸੇ ਦੇ ਕੇ ਨਠਾ ਦਿੱਤੇ। ਮੈਂ ਵੀ ਕੋਲ ਖੜਾ ਸੀ, ਮੈਨੂੰ ਵੀ ਇਹ ਮਿਲ ਗਏ। ਆਮਾ ਕਹਿੰਦਾ ਅੱਗੋਂ, ਕਾਕਾ, ਉਹ ਕਿਤੇ ਮਹਾਰਾਜਾ ਤੇ ਨਹੀਂ ਸੀ? ਮੁੰਡਾ ਕਹਿੰਦਾ ਹੈ, ਮਹਾਰਾਜਾ? ਆਮਾ ਕਹਿੰਦਾ ਅੱਗੋਂ, ਆਹੋ, ਮਹਾਰਾਜਾ ਨਿੱਕੇ ਮੁੰਡਿਆਂ ਨੂੰ ਬਹੁਤ ਪਿਆਰ ਕਰਦੇ ਹੈ। ਮੁੰਡਾ ਅੱਗੋਂ ਜਵਾਬ ਦਿੰਦਾ ਹੈ, ਮਹਾਰਾਜੇ ਕਿਤੇ ਇਹੋ ਜਿਹੇ ਹੁੰਦੇ ਨੇ? ਉਹਦੇ ਤਾਂ ਕੱਪੜੇ ਐਵੇਂ ਕਿਵੇਂ ਦੇਈ ਸੀ? ਆਮਾ ਅੱਗੋਂ ਦੱਸਦਾ ਹੈ ਉਹਨੂੰ, ਪੁੱਤਰ, ਮਹਾਰਾਜਾ ਬਹੁਤ ਸਾਦਾ ਏ। ਤੈਨੂੰ ਮੈਂ ਦੱਸਿਆ ਸੀ, ਇੱਕ ਵਾਰ ਮੈਂ ਪੱਗ ਉਣ ਕੇ ਮਹਾਰਾਜੇ ਨੂੰ ਭੇਂਟ ਕੀਤੀ ਸੀ, ਕਈ ਸਾਲ ਉਸ ਬੰਨ ਛੱਡੀ। ਮੁੰਡਾ ਅੱਗੋਂ ਪੁੱਛਦਾ ਹੈ, ਕਦੋਂ ਦੀ ਗੱਲ ਏ ਬਾਬਾ?
ਆਮਾ ਅੱਗੋਂ ਮੁੰਡੇ ਦੀ ਗੱਲ ਦਾ ਜਵਾਬ ਦਿੰਦਾ ਏ ਤੇ ਦੱਸਦਾ ਉਸਨੂੰ ਕਿ ਇੱਕ ਵਾਰੀ ਭੇਸ ਬਦਲ ਕੇ ਸਾਡੇ ਪਿੰਡ ਚੱਕਰੀਆਂ ਗਿਆ ਸੀ। ਮੈਨੂੰ ਸੂਹ ਲੱਗ ਗਈ। ਮੈਂ ਪੱਗ ਪੇਸ਼ ਕੀਤੀ। ਸਾਨੂੰ ਖੱਡੀਆਂ ਲਈ ਬਹੁਤ ਇਨਾਮ ਦਿੱਤਾ ਸੀ। ਅੱਗੋਂ ਮੁੰਡਾ ਪੁੱਛਦਾ ਹੈ, ਹੁਣ ਤੈਨੂੰ ਪਛਾਣ ਨਾ ਲਵੇਗਾ ਮਹਾਰਾਜਾ? ਅੱਗੋਂ ਆਮਾ ਉਸਨੂੰ ਕਹਿੰਦਾ ਹੈ, ਕਾਕਾ ਉਹ ਬਾਦਸ਼ਾਹ ਹੋਇਆ, ਅਸੀਂ ਮਾਮੂਲੀ ਗਰੀਬ ਜੁਲਾਹੇ, ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ। ਮੁੰਡਾ ਕਹਿੰਦਾ ਹੈ, ਨਾਲੇ ਤੂੰ ਕਹਿੰਦਾ ਹੁੰਦਾ ਰਾਜਾ ਪਰਜਾ ਦਾ ਮਾਈ ਬਾਪ ਹੁੰਦਾ ਹੈ। ਅੱਗੋਂ ਆਮਾ ਉਹਦੀ ਗੱਲ ਦਾ ਜਵਾਬ ਦਿੰਦਾ ਹੈ, ਇਹ ਤਾਂ ਸੱਚ ਹੈ, ਪਰ ਮੁੰਡਾ ਫੇਰ ਬੋਲਦਾ ਹੈ, ਫੇਰ ਮਾਪੇ ਪੁੱਤਰਾਂ ਨੂੰ ਭੁੱਲ ਜਾਂਦੇ ਨੇ। ਆਮਾ ਅੱਗੋਂ ਕਹਿੰਦਾ ਏ, ਬੱਚਾ ਰਾਜੇ ਨੂੰ ਹੋਰ ਬੜੇ ਕੰਮ ਹੁੰਦੇ ਨੇ। ਗੱਲ ਨੂੰ ਟਾਲਣ ਦੀ ਕੋਸ਼ਿਸ਼ ਕਰਦਾ ਹੈ। ਦੇਖਾਂ ਕਿੰਨੇ ਕੁ ਆਦਮੀ ਰਹਿ ਗਏ ਨੇ। ਮੁੰਡਾ ਆਮੇ ਦੀ ਗੱਲ ਦਾ ਜਵਾਬ ਦਿੰਦਾ ਹੋਇਆ ਕਹਿੰਦਾ ਹੈ, ਕੋਈ ਵੀ ਨਹੀਂ, ਸਭ ਚਲੇ ਗਏ। ਤਾਂ ਆਮਾ ਕਹਿੰਦਾ ਹੈ, ਚੱਲ ਫੇਰ ਅਸੀਂ ਵੀ ਰੋਟੀ ਲੈ ਆਈਏ, ਫੜ ਮੇਰਾ ਸੋਟਾ। ਮੁੰਡਾ ਬਾਬੇ ਨੂੰ ਫੜ ਕੇ ਲੰਗਰ ਵੱਲ ਲੈ ਕੇ ਜਾਂਦਾ ਹੈ। ਆਮਾ ਕਹਿੰਦਾ ਹੈ, ਭਾਈ ਜੀ ਸਾਨੂੰ ਵੀ ਮਿਲ ਜਾਏ ਰੁੱਖਾ ਮਿੱਸਾ ਪ੍ਰਸ਼ਾਦਾ। ਲਾਂਗਰੀ ਜਵਾਬ ਦਿੰਦਾ ਹੈ, ਬੁੱਢਿਆ ਤੈਨੂੰ ਹੁਣ ਜਾਗ ਆਈ ਹੈ? ਆਮਾ ਕਹਿੰਦਾ ਹੈ, ਮੈਂ ਤਾਂ ਚਿਰੋਕਣਾ ਇੱਥੇ ਖੜਾ ਸਾਂ। ਚਿਰੋਕਣਾ ਬੱਚਿਓ, ਚਿਰੋਕਣਾ ਦਾ ਮਤਲਬ ਹੁੰਦਾ ਹੈ ਬਹੁਤ ਚਿਰਾਂ ਤੋਂ। ਫਿਰ ਲਾਂਗਰੀ ਕਹਿੰਦਾ ਹੈ, ਫਿਰ ਅੱਗੇ ਹੋ ਕੇ ਲੈਣਾ ਸੀ। ਆਮਾ ਦੱਸਦਾ ਹੈ ਉਸਨੂੰ, ਮੈਂ ਕਿਹਾ ਕੋਈ ਧੱਕਾ ਮਾਰੇਗਾ, ਮੇਰੀਆਂ ਅੱਖਾਂ ਦੀ ਲੋ ਨਹੀਂ ਹੈ ਨਾ। ਲਾਂਗਰੀ ਕਹਿੰਦਾ ਹੈ, ਜਾ ਫਿਰ ਹੁਣ ਕੱਲ ਨੂੰ ਆਵੀਂ। ਇੰਨੇ ਨੂੰ ਮੁੰਡਾ ਬੋਲਦਾ ਏ, ਬਾਬਾ ਬਾਬਾ। ਸੇਵਾਦਾਰ ਆ ਜਾਂਦਾ ਹੈ ਤੇ ਕੀ ਕਹਿੰਦਾ ਉਹ, ਕੀ ਗੱਲ ਏ ਭਾਈ ਸਾਹਿਬ? ਲਾਂਗਰੀ ਬੋਲਦਾ ਹੈ, ਗੱਲ ਕੀ ਹੋਣੀ ਏ, ਲੰਗਰ ਮਸਤਾਨਾ ਹੋ ਗਿਆ ਏ ਤੇ ਇਹ ਬੁੱਢਾ ਹੁਣ ਆਇਆ ਏ। ਸੇਵਾਦਾਰ ਕਹਿੰਦਾ ਹੈ, ਪੁੱਛਦਾ ਉਸ ਤੋਂ, ਸਭ ਕੁਝ ਖਤਮ ਹੋ ਗਿਆ ਏ? ਲਾਂਗਰੀ ਦੱਸਦਾ ਹੈ, ਕੋਈ ਵੀ ਚੀਜ਼ ਨਹੀਂ ਰਹਿੰਦੀ। ਅੱਗੋਂ ਸੇਵਾਦਾਰ ਕਹਿੰਦਾ ਹੈ, ਤਾਂ ਫਿਰ ਇਸਨੂੰ ਸੁੱਕੀ ਰਸਦ ਦੇ ਦਿਓ। ਆਮਾ ਉਸਨੂੰ ਕਹਿੰਦਾ ਅੱਗੇ, ਅੱਲਾ ਤੇਰਾ ਭਲਾ ਕਰੇ। ਸੇਵਾਦਾਰ ਕਹਿੰਦਾ ਹੈ, ਮੈਂ ਕਿਹਾ ਇਸ ਬਾਬੇ ਨੂੰ ਛੇਤੀ ਇੱਕ ਹਫ਼ਤੇ ਦੀ ਸੁੱਕੀ ਰਸਦ ਦੇ ਦਿਓ। ਲਾਂਗਰੀ ਆਵਾਜ਼ ਪਛਾਣ ਜਾਂਦਾ ਹੈ ਤੇ ਆਵਾਜ਼ ਨੂੰ ਪਛਾਣ ਕੇ ਕਹਿੰਦਾ ਹੈ, ਹੁਣੇ ਦਿੰਦਾ ਜੀ। ਆਮਾ ਪੁੱਛਦਾ ਹੈ, ਇੱਕ ਹਫ਼ਤੇ ਪਿੱਛੋਂ ਫਿਰ ਆਵਾਂਗਾ। ਸੇਵਾਦਾਰ ਬੋਲਦਾ ਹੈ, ਚਲੋ 2 ਹਫ਼ਤੇ ਦੀ ਦੇ ਦਿਓ। ਲਾਂਗਰੀ ਕਹਿੰਦਾ ਹੈ, ਬਹੁਤ ਅੱਛਾ ਜੀ। ਇਹ ਕਹਿ ਕੇ ਲਾਂਗਰੀ ਅੰਦਰ ਚਲਾ ਜਾਂਦਾ ਹੈ ਤੇ ਮੁੰਡਾ ਬਾਬੇ ਨੂੰ ਬੋਲਦਾ ਹੈ, ਹੌਲੀ ਜੀ ਦੇ ਕੇ ਬੋਲਦਾ ਹੈ, ਬਾਬਾ ਬਾਬਾ। ਆਮਾ ਕਹਿੰਦਾ ਹੈ, ਕਿਉਂ ਰੌਲਾ ਪਾਇਆ ਈ, ਚੁੱਪ ਕਰਕੇ ਖੜਾ ਰਹਿ। ਮੁੰਡਾ ਸੇਵਾਦਾਰ ਵੱਲ ਦੇਖੀ ਜਾਂਦਾ ਹੈ। ਸੇਵਾਦਾਰ ਚੁੱਪਚਾਪ ਉਸਨੂੰ ਪੈਸੇ ਦੇ ਕੇ ਇੱਕ ਪਾਸੇ ਵੱਲ ਨੂੰ ਚਲਾ ਜਾਂਦਾ ਹੈ ਤੇ ਮੁੰਡਾ ਹੈਰਾਨੀ ਵਿੱਚ ਖੜਾ ਰਹਿੰਦਾ ਹੈ। ਲਾਂਗਰੀ ਰਸਦ ਲਿਆਉਂਦਾ ਹੈ ਤੇ ਇੱਧਰ ਉੱਧਰ ਦੇਖਦਾ ਹੈ। ਲਾਂਗਰੀ ਕਹਿੰਦਾ ਏ, ਲੈ ਬਾਬਾ ਕੱਪੜੇ ਸਣੇ ਚੁੱਕ ਲੈ ਜਾ। ਆਮਾ ਅੱਗੋਂ ਬੋਲਦਾ ਹੈ ਮੁੰਡੇ ਨੂੰ, ਕਾਕਾ ਚੁਕਾਏਂਗਾ? ਮੁੰਡਾ, ਮੈਥੋਂ ਨਹੀਂ ਚੁੱਕ ਹੋਣਾ, ਭਾਰ ਬਹੁਤਾ। ਦੋਵੇਂ ਕਾਫੀ ਦੇਰ ਕੋਸ਼ਿਸ਼ ਕਰਦੇ ਰਹਿੰਦੇ ਹਨ ਤੇ ਆਖਿਰ ਹਾਰ ਜਾਂਦੇ ਹਨ। ਆਮਾ ਕਹਿੰਦਾ ਹੈ, ਹੁਣ ਕਿੱਦਾਂ ਕਰੀਏ ਬੱਚਾ? ਮੁੰਡਾ ਅੱਗੋਂ ਬੋਲਦਾ ਹੈ, ਥੋੜਾ ਹੁਣ ਲੈ ਜਾਂਦੇ ਆ, ਥੋੜਾ ਫਿਰ ਲੈ ਜਾਵਾਂਗੇ। ਇੰਨੇ ਨੂੰ ਸੇਵਾਦਾਰ ਆ ਜਾਂਦਾ ਹੈ। ਕੀ ਕਹਿੰਦਾ ਉਹਨਾਂ ਤੋਂ ਪੁੱਛਦਾ ਹੈ। ਸੇਵਾਦਾਰ, ਕੀ ਗੱਲ ਏ? ਮੁੰਡਾ ਫਿਰ ਬੋਲਦਾ ਹੈ, ਬਾਬਾ ਬਾਬਾ। ਆਮਾ, ਓਏ ਗੱਲ ਵੀ ਕਰ। ਸੇਵਾਦਾਰ ਬੋਲਦਾ ਹੈ, ਬਾਬਾ ਬਹੁਤਾ ਭਾਰ ਹੋ ਗਿਆ ਜੇ। ਆਮਾ ਅੱਗੋਂ ਕਹਿੰਦਾ ਹੈ, ਜੀ ਲਾਲਚ ਜਿਹਾ ਹੋ ਗਿਆ। ਅੱਗੋਂ ਸੇਵਾਦਾਰ ਪੁੱਛਦਾ ਹੈ, ਲਿਆ ਮੈਂ ਛੱਡ ਆਵਾਂ, ਕਿੱਥੇ ਕੁ ਜਾਣਾ ਏ? ਆਮਾ ਕਹਿੰਦਾ ਹੈ, ਰੱਬ ਤੇਰਾ ਭਲਾ ਕਰੇ, ਮੋਚੀ ਦਰਵਾਜੇ।
ਅੱਗੋਂ ਸੇਵਾਦਾਰ ਰਸਦ ਨੂੰ ਚੁੱਕ ਲੈਂਦਾ ਹੈ ਤੇ ਨਾਲੇ ਕਹਿੰਦਾ ਹੈ, ਆਈ ਜਾ ਫਿਰ ਮੇਰੇ ਮਗਰ ਮਗਰ। ਮੁੰਡਾ ਫਿਰ ਹੌਲੀ ਦੇ ਕੇ ਬੋਲਦਾ ਏ, ਬਾਬਾ ਇਹ ਉਹੀ ਏ ਕਾਣਾ ਬਾਬਾ ਜਿਹਨੇ ਮੈਨੂੰ ਪੈਸੇ ਦਿੱਤੇ ਸੀ। ਆਮੇ ਦੇ ਹੱਥ ਵਿੱਚੋਂ ਮੁੰਡੇ ਦੀ ਗੱਲ ਸੁਣ ਕੇ ਹੱਥੋਂ ਸੋਟੀ ਡਿੱਗ ਪੈਂਦੀ ਹੈ ਤੇ ਹੈਰਾਨੀ ਨਾਲ ਪੁੱਛਦਾ ਹੈ, ਕਿਤੇ ਮਹਾਰਾਜਾ ਤੇ ਨਹੀਂ? ਮੁੰਡਾ ਬੋਲਦਾ ਹੈ, ਤੂੰ ਸੁਣਦਾ ਨਹੀਂ ਸੀ ਮੇਰੀ ਗੱਲ? ਇੰਨੇ ਨੂੰ ਇੱਕ ਸਿੰਘ ਆ ਜਾਂਦਾ ਹੈ ਤੇ ਕੀ ਬੋਲਦਾ ਹੈ ਉਹ, ਜੈ ਸ਼੍ਰੀ ਮਹਾਰਾਜ। ਸੇਵਾਦਾਰ ਉਸ ਨੂੰ ਇਸ਼ਾਰੇ ਨਾਲ ਚੁੱਪ ਕਰਾਉਂਦਾ ਹੈ, ਪਰ ਆਹਮਾ ਸੁਣ ਲੈਂਦਾ ਹੈ। ਸੇਵਾਦਾਰ ਕਹਿੰਦਾ ਹੈ, ਬਾਬਾ ਕੀ ਹੋਇਆ? ਆਹਮਾ ਕਹਿੰਦਾ ਅੱਗੋਂ, ਹਜ਼ੂਰ ਮੈਨੂੰ ਨਹੀਂ ਸੀ ਪਤਾ ਤੁਸੀਂ ਸ਼੍ਰੀ ਮਹਾਰਾਜ ਹੋ। ਅੱਗੋਂ ਸੇਵਾਦਾਰ ਕਹਿੰਦਾ ਹੈ, ਤੈਨੂੰ ਭੁਲੇਖਾ ਲੱਗਾ ਬਾਬਾ, ਮੈਂ ਤਾਂ ਸੇਵਾਦਾਰ ਹਾਂ। ਅੱਗੋਂ ਦੀ ਆਮਾ ਕਹਿੰਦਾ ਏ, ਗਰੀਬ ਨਵਾਜ਼ ਮਾਫ ਕਰ ਦਿਓ, ਮੈਨੂੰ ਨਹੀਂ ਸੀ ਪਤਾ। ਸੇਵਾਦਾਰ ਹੱਸਦਾ ਹੋਇਆ ਮੁੰਡੇ ਨੂੰ, ਤੂੰ ਸ਼ੈਤਾਨ ਏ, ਤੈਨੂੰ ਪੈਸੇ ਨਹੀਂ ਦਿਆ ਕਰਨੇ। ਬਾਬਾ ਕੋਈ ਗੱਲ ਨਹੀਂ, ਤੂੰ ਮੇਰਾ ਬਹੁਤ ਪੁਰਾਣਾ ਬੇਲੀ ਏ, ਚੇਤੇ ਹੀ ਨਾ ਤੂੰ ਮੈਨੂੰ ਪੱਗ ਦਿੱਤੀ ਸੀ, ਮੇਰੇ ਕੋਲ ਅਜੇ ਵੀ ਏ, ਕਿਤੇ ਕਿਤੇ ਬੰਦਾ ਹੁੰਦਾ। ਆਮੇ ਦਾ ਚਿਹਰਾ ਲਾਲ ਹੋ ਜਾਂਦਾ ਹੈ। ਹਜ਼ੂਰ ਤੁਹਾਨੂੰ ਚੇਤੇ? ਸੇਵਾਦਾਰ ਅੱਗੋਂ ਕਹਿੰਦਾ ਹੈ, ਮਾਪਿਆਂ ਨੂੰ ਪੁੱਤਰਾਂ ਦਾ ਚੇਤਾ ਭੁੱਲ ਸਕਦਾ ਏ? ਆਮਾ ਜਿਹੜਾ ਹੈ ਉਹ ਸੇਵਾਦਾਰ ਦੇ ਪੈਰਾਂ ਤੇ ਡਿੱਗ ਜਾਂਦਾ ਹੈ, ਪੈਰਾਂ ਤੇ ਢਹਿ ਕੇ, ਗਰੀਬ ਨਵਾਜ਼ ਬਖਸ਼ੋ। ਅੱਗੋਂ ਸੇਵਾਦਾਰ ਉਸ ਨੂੰ ਉਠਾਲਦਾ ਹੈ ਤੇ ਉਠਾਲ ਕੇ ਕਹਿੰਦਾ ਹੈ, ਜਾ ਬਾਬਾ, ਤੈਨੂੰ ਹੁਣ ਇੱਥੇ ਆਉਣ ਦੀ ਲੋੜ ਨਹੀਂ, ਸਭ ਕੁਝ ਤੇਰੇ ਘਰ ਪੁੱਜ ਜਾਇਆ ਕਰੇਗਾ, ਤੇਰੀ ਉਮਰ ਹੁਣ ਕੰਮ ਕਰਨ ਦੀ ਨਹੀਂ ਰਹੀ। ਆਮਾ ਕਹਿੰਦਾ ਹੈ, ਅੰਨਦਾਤਾ ਤੇਰਾ ਦੋਹੀ ਜਹਾਨੀ ਜਸ ਹੋਵੇ, ਸਾਡੇ ਗਰੀਬਾਂ ਕੋਲ ਸਿਵਾਏ ਅਸੀਸਾਂ ਦੇ ਹੋਰ ਹੈ ਵੀ ਕੀ, ਤੇਰੀ ਜੈ ਹੋਵੇ। ਤੇ ਕੋਲ ਖੜਾ ਹੋਇਆ ਸਿੰਘ ਰਸਦ ਚੁੱਕਦਾ ਹੈ ਤੇ ਬਾਬੇ ਨੂੰ ਨਾਲ ਲੈ ਕੇ ਚਲਾ ਜਾਂਦਾ ਹੈ, ਪਰ ਸੇਵਾਦਾਰ ਉੱਥੇ ਹੀ ਖੜਾ ਉਹਨਾਂ ਵੱਲ ਦੇਖਦਾ ਰਹਿੰਦਾ ਹੈ ਤੇ ਪਰਦਾ ਡਿੱਗ ਪੈਂਦਾ ਹੈ। ਤਾਂ ਬੱਚਿਓ, ਇਹ ਸੀ ਇਕਾਂਗੀ ਗਰੀਬ ਨਿਵਾਜ਼। ਤੁਸੀਂ ਹੁਣ ਇਸ ਇਕਾਂਗੀ ਨੂੰ ਧਿਆਨ ਨਾਲ ਪੜ੍ਹੋ ਤੇ ਇਸ ਨੂੰ ਆਪਣੇ ਦੋਸਤਾਂ ਦੇ ਨਾਲ ਖੇਡੋ। ਪਿਆਰੇ ਬੱਚਿਓ, ਅਭਿਆਸ ਪ੍ਰਸ਼ਨ ਨੂੰ ਹੱਲ ਕਰਨ ਦੇ ਲਈ ਤੁਸੀਂ ਇਸੇ ਪਾਠ ਦਾ ਦੂਜਾ ਭਾਗ ਦੇਖੋ। ਧੰਨਵਾਦ ਬੱਚਿਓ।